ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਗੁਜਰਾਤ ਪਾਕਿਸਤਾਨ ਤੋਂ ਵੀਰ ਉਮਰ ਮਾਜ਼ਦ ਜੀ ਦੀ। ਇਹ ਲਿਖਦੇ ਹਨ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੇਰੀ ਇਹ ਪਹਿਲੀ ਈਮੇਲ ਹੈ। ਇੱਥੇ ਮੈਂ ਤੇ ਮੇਰਾ ਦੋਸਤ ਤੁਹਾਡਾ ਪ੍ਰੋਗਰਾਮ ਬਹੁਤ ਸ਼ੌਂਕ ਨਾਲ ਦੇਖਦੇ ਹਾਂ। ਸਾਨੂੰ ਤੁਹਾਡਾ ਪ੍ਰੋਗਰਾਮ ਬਹੁਤ ਚੰਗਾ ਲੱਗਦਾ ਹੈ। ਮੇਰਾ ਇੱਕ ਸਵਾਲ ਹੈ ਕਿ ਜੇ ਕੱਲ ਨੂੰ ਖਾਲਿਸਤਾਨ ਬਣ ਜਾਂਦਾ ਹੈ ਤੇ ਇਸ ਦਾ ਪ੍ਰਭਾਵ ਕਸ਼ਮੀਰ ਤੇ ਕਿਸ ਤਰ੍ਹਾਂ ਦਾ ਹੋਵੇਗਾ? ਪਾਕਿਸਤਾਨ ਦੇ ਬਾਰਡਰ ਤੇ ਖਾਲਿਸਤਾਨ ਨਾਮ ਦਾ ਨਵਾਂ ਮੁਲਕ ਬਣ ਜਾਣ ਤੋਂ ਬਾਅਦ ਪਾਕਿਸਤਾਨ ਦੇ ਡਿਫੈਂਸ ਤੇ ਕੀ ਅਸਰ ਹੋਵੇਗਾ? ਖਾਸ ਕਰਕੇ ਲਾਹੌਰ ਜਿਹੜਾ ਭਾਰਤੀ ਬਾਰਡਰ ਤੋਂ ਖਾਸਾ ਦੂਰ ਹੋ ਜਾਵੇਗਾ। ਇਸ ਬਾਰੇ ਆਪਣੇ ਵਿਚਾਰ ਜ਼ਰੂਰ ਦੇਣਾ। ਅੰਤ 'ਚ ਇਹ ਕਹੂੰਗਾ ਕਿ ਤੁਹਾਡੇ ਪ੍ਰੋਗਰਾਮ ਕਾਰਨ ਮੇਰੀ ਪੰਜਾਬੀ ਇੰਪਰੂਵ ਹੋ ਗਈ ਹੈ। ਸ਼ੁਕਰੀਆ ਜੀ ਡਾਕਟਰ ਸਾਹਿਬ। ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਗੁਜਰਾਤ ਚੋਂ ਵੀਰ ਉਮਰ ਮਾਜ਼ਰਤ ਭਾਈਜਾਨ ਨੇ ਸਾਨੂੰ ਲਿਖਿਆ। ਸਾਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਦਰਸ਼ਕਾਂ ਦਾ, ਸਰੋਤਿਆਂ ਦਾ ਦਾਇਰਾ ਕਾਰ ਜਿਹੜਾ ਹੈ ਉਹ ਸਿਰਫ ਸਾਡੀ ਆਪਣੀ ਕੌਮ ਤੱਕ ਨਹੀਂ ਹੈ ਜੀ, ਦੂਸਰੇ ਪੰਜਾਬ ਔਰ ਉਸ ਪੰਜਾਬ ਦੇ ਵੀ ਦੁਨੀਆ ਭਰ 'ਚ ਬੈਠੇ ਜਿਹੜੇ ਵੀਰ ਨੇ ਉਹ ਸਾਡੇ ਨਾਲ ਜੁੜਦੇ ਨੇ ਔਰ ਉਹਨਾਂ ਨੇ ਜਿਹੜਾ ਹੈ ਉਹਨਾਂ ਨੂੰ ਪ੍ਰੋਗਰਾਮ ਇਹ ਚੰਗਾ ਲੱਗਦਾ ਹੈ। ਉਹਨਾਂ ਦੀ ਪੰਜਾਬੀ ਇੰਪਰੂਵ ਹੋਈ ਹੈ। ਸਗੋਂ ਮੈਂ ਜਦੋਂ ਕਿਸੇ ਪਾਕਿਸਤਾਨੀ ਪੰਜਾਬੀ ਨੂੰ ਮਿਲਦਾ ਹੈ ਤੇ ਮੈਂ ਆਪ ਘੱਟ ਬੋਲਦਾ, ਮੈਂ ਉਹਦੀ ਗੱਲ ਸੁਣਨਾ ਚਾਹੁੰਦਾ ਕਿਉਂਕਿ ਮੈਨੂੰ ਲੱਗਦਾ ਹੁੰਦਾ ਹੈ ਵੀ ਲਹਿੰਦੀ ਪੰਜਾਬੀ ਦਾ ਮਿੱਠਾ ਅੰਦਾਜ਼ ਮੇਰੀ ਪੰਜਾਬੀ ਇੰਪਰੂਵ ਕਰਦਾ ਹੈ ਜੀ। ਉਹਨਾਂ ਨੇ ਦੋ ਸਵਾਲ ਸਿੱਧੇ ਤੌਰ ਤੇ ਪੁੱਛੇ ਨੇ ਕਿ ਖਾਲਿਸਤਾਨ ਦਾ ਕਸ਼ਮੀਰ ਤੇ ਕੀ ਪ੍ਰਭਾਵ ਪਏਗਾ, ਪਾਕਿਸਤਾਨ ਦਾ ਡਿਫੈਂਸ ਇਸ ਨਾਲ ਕਿਵੇਂ ਪ੍ਰਭਾਵਿਤ ਹੋਏਗਾ ਔਰ ਖਾਸ ਕਰਕੇ ਲਾਹੌਰ ਜਿਹੜਾ ਕਿ ਭਾਰਤੀ ਬਾਰਡਰ ਤੋਂ ਕਾਫੀ ਦੂਰ ਹੋ ਜਾਏਗਾ ਜੀ, ਇਸ ਤੇ ਕੀ ਪ੍ਰਭਾਵ ਪਏਗਾ। ਦੇਖੋ, ਅਕਸਰ ਮੈਂ ਆਪਣੇ ਮਿੱਤਰ ਸ਼ੇਖ ਸਾਹਿਬ ਜਿਨ੍ਹਾਂ ਨਾਲ ਸਾਡੀ 18 ਸਾਲ ਦੀ ਸਾਂਝ ਰਹੀ, ਉਹਨਾਂ ਦੀ ਇੱਕ ਸਟੇਟਮੈਂਟ ਦੁਹਰਾਉਂਦਾ ਹੁੰਦਾ ਹੈ ਕਿ ਰੋਡ ਫਰੋਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ ਜੀ, ਕਿ ਲਾਹੌਰ ਤੋਂ ਸ੍ਰੀਨਗਰ ਦੀ ਜਿਹੜੀ ਸੜਕ ਹੈ ਅੰਮ੍ਰਿਤਸਰ ਵੱਲੋਂ ਜਾਂਦੀ ਹੈ। ਸੋ ਜ਼ਾਹਰ ਹੈ ਕਿ ਸ੍ਰੀਨਗਰ ਕਸ਼ਮੀਰ ਵਾਦੀ ਦੀ ਆਜ਼ਾਦੀ ਖਾਲਿਸਤਾਨ ਦੀ ਆਜ਼ਾਦੀ ਨਾਲ ਜੁੜੀ ਹੋਈ ਹੈ ਔਰ ਜਦੋਂ ਖਾਲਿਸਤਾਨ ਇੱਕ ਹਕੀਕਤ ਬਣਦਾ ਹੈ, ਇੱਕ ਐਜ਼ ਏ ਬਫਰ ਸਟੇਟ ਭਾਰਤ ਔਰ ਪਾਕਿਸਤਾਨ ਦੇ ਵਿਚਕਾਰ ਆਉਂਦਾ ਹੈ। ਸੋ ਕਸ਼ਮੀਰ ਜਿਹੜਾ ਹੈ ਉਹ ਭਾਰਤ ਨਾਲੋਂ ਜ਼ਾਹਰਾ ਤੌਰ ਤੇ ਬੇਸ਼ੱਕ ਹੁਣ ਇੱਕ ਨਵਾਂ ਰਸਤਾ ਉਹਨਾਂ ਨੇ ਕੱਢਿਆ ਹੈ ਹਿਮਾਚਲ ਵੱਲੋਂ ਚੰਬੇ ਰਾਹੀਂ ਬੈਕ ਤੋਂ, ਲੇਕਿਨ ਕਸ਼ਮੀਰ ਦਾ ਕੇਸ ਆਲਰੇਡੀ ਇੰਟਰਨੈਸ਼ਨਲ ਅਰੀਨਾ ਦਾ ਕੇਸ ਹੈ। ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ UN ਸਿਕਿਉਰਿਟੀ ਕੌਂਸਲ ਨੇ ਪਲੇਬਿਸਾਈਟ ਦੀ ਗੱਲ ਮੰਨੀ ਹੋਈ ਹੈ ਜੀ। ਸੋ ਜ਼ਾਹਰ ਹੈ ਕਿ ਕਸ਼ਮੀਰ ਦੀ ਆਜ਼ਾਦੀ ਜਿਹੜੀ ਹੈ ਉਹ ਖਾਲਿਸਤਾਨ ਦੀ ਆਜ਼ਾਦੀ ਦੇ ਨਾਲ ਜੁੜੀ ਹੋਈ ਹੈ। ਔਰ ਦੂਸਰਾ ਜਿਹੜਾ ਸਵਾਲ ਉਹਨਾਂ ਦਾ ਪਾਕਿਸਤਾਨ ਦੇ ਡਿਫੈਂਸ ਤੇ ਕੀ ਹੋਏਗਾ, ਮੈਂ ਸਮਝਦਾ ਵੀ ਫਿਰ ਪਾਕਿਸਤਾਨ ਆਪਣਾ ਡਿਫੈਂਸ ਬਜਟ ਜਿੰਨਾ ਮਰਜ਼ੀ ਥੱਲੇ ਲੈ ਆਏ ਉਹ ਠੀਕ ਹੋਏਗਾ ਕਿਉਂਕਿ ਆਲਰੇਡੀ ਪਾਕਿਸਤਾਨ ਦੇ ਕੋਲ ਨਿਊਕਲੀਅਰ ਪਾਵਰ ਹੈ, ਪਾਕਿਸਤਾਨ ਨਿਊਕਲੀਅਰ ਹੈ ਔਰ ਉਹ ਆਪਣੇ ਆਪ ਨੂੰ ਜਿਹੜਾ ਭਾਰਤ ਤੋਂ ਜਿਹੜਾ ਡਰ ਸੀ ਚੌਥੇ ਦਿਨ ਉਹ ਹਮਲਾ ਕਰ ਦਿੰਦੇ ਸੀ, ਵੈਸਟਰਨ ਬਾਰਡਰ ਖੋਲ ਦਿੰਦੇ ਸੀ। ਜਦੋਂ ਦੇ 1998 ਦੇ ਵਿੱਚ ਪਾਕਿਸਤਾਨ ਨੇ ਨਿਊਕਲੀਅਰ ਧਮਾਕੇ ਕੀਤੇ ਭਾਰਤੀ ਧਮਾਕਿਆਂ ਤੋਂ ਬਾਅਦ, ਉਸ ਤੋਂ ਬਾਅਦ ਕਾਰਗਿਲ ਵੀ ਹੋਇਆ, ਹੋਰ ਵੀ ਹੋਈਆਂ ਨੇ। ਹੁਣ ਆ ਮਿਆਂਮਾਰ ਦੇ ਹਵਾਲੇ ਨਾਲ ਜਦੋਂ ਧਮਕੀ ਦਿੱਤੀ ਹੈ ਇੰਡੀਅਨ ਮਿਨਿਸਟਰ ਨੇ ਤੇ ਨਾਲ ਦੀ ਨਾਲ ਪਾਕਿਸਤਾਨ ਦੀ ਸੈਨੇਟ ਨੇ ਵੀ ਕੱਲ ਯੂਨੈਨਿਮਸ ਰੈਜ਼ੋਲੂਸ਼ਨ ਪਾਸ ਕੀਤਾ ਹੈ ਭਾਰਤ ਵਿਰੋਧੀ ਔਰ ਉਹਨਾਂ ਨੇ ਵੀ ਸਪਸ਼ਟ ਕਿਹਾ ਕਿ ਪਾਕਿਸਤਾਨ ਜਿਹੜਾ ਇਹ ਬਰਮਾ ਨਹੀਂ ਹੈ ਜਾਂ ਮਿਆਂਮਾਰ ਨਹੀਂ ਹੈ। ਸੋ ਜ਼ਾਹਰ ਹੈ ਕਿ ਪਾਕਿਸਤਾਨ ਕੋਲ ਆਪਣੀ ਨਿਊਕਲੀਅਰ ਸ਼ਕਤੀ ਦਾ ਕੌਨਫੀਡੈਂਸ ਹੈ ਔਰ ਇਹੀ ਉਹਨਾਂ ਦੀ ਸੇਫਟੀ ਵੀ ਹੈ। ਜਿੱਥੋਂ ਤੱਕ ਖਾਲਿਸਤਾਨ ਨਾਲ ਪਾਕਿਸਤਾਨ ਦੇ ਬਾਰਡਰ ਦਾ, ਅਸੀਂ ਆਲਰੇਡੀ ਕੋਈ ਬਾਰਡਰ ਰੌਲਾ ਨਹੀਂ ਹੈ ਕਿਉਂਕਿ ਜਿਹੜਾ ਵਾਹਗਾ ਬਾਰਡਰ ਹੈ ਇਹਨੂੰ ਅਸੀਂ ਇੰਟਰਨੈਸ਼ਨਲ ਬਾਰਡਰ ਮੰਨਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਸਾਡਾ ਪਾਕਿਸਤਾਨ ਦੇ ਨਾਲ ਇਵੇਂ ਹੀ ਰਿਸ਼ਤਾ ਹੋਏਗਾ ਬਾਰਡਰ ਰਾਹੀਂ ਜਿਵੇਂ ਕਿ ਕੈਨੇਡਾ ਦਾ ਅਮਰੀਕਾ ਦੇ ਨਾਲ ਹੈ ਕਿਉਂਕਿ ਇਹ ਸਾਡੇ ਦੋਨਾਂ ਮੁਲਕਾਂ ਦੇ ਹਿੱਤ 'ਚ ਹੋਏਗਾ। ਦੋਨੋਂ ਪਾਸੇ ਪੰਜਾਬ ਜਿਹੜੇ ਨੇ ਉਹ ਪ੍ਰਭਾਵਸ਼ਾਲੀ ਜਿਹੜਾ ਉਹ ਦੌਰ ਰੱਖਦੇ ਨੇ ਔਰ ਸਾਡੇ ਗੁਰਦੁਆਰਿਆਂ ਸਾਹਿਬਾਨ ਤੱਕ ਸਾਡੀ ਐਕਸੈਸ ਖੁੱਲ੍ਹੀ ਹੋਏਗੀ ਔਰ ਇਸ ਦੇ ਨਾਲ ਜਿਹੜੀ ਸਾਡੀ ਕਿਉਂਕਿ ਅਸੀਂ ਲੈਂਡ ਲੌਕਡ ਕੰਟਰੀ ਹਾਂ, ਇਸ ਲਈ ਬੇਸ਼ੱਕ ਅਸੀਂ ਸਮੁੰਦਰ ਤੱਕ ਪਹੁੰਚ ਰੱਖਣ ਦੀ ਗੱਲ ਅਲਟੀਮੇਟਲੀ ਉਸ ਦਾ ਹਿੱਸਾ ਬਣਾਵਾਂਗੇ ਪਰ ਕਿਉਂਕਿ ਇੱਧਰਲੇ ਪੰਜਾਬ ਤੋਂ ਜੇ ਲਾਹੌਰ ਤੱਕ ਜਾਣਾ ਹੈ ਜਾਂ ਕਾਬੁਲ ਤੱਕ ਜਾਣਾ ਹੈ ਜਿਹੜਾ ਕਿ ਕੁਝ ਘੰਟਿਆਂ ਦਾ ਹੀ ਸਫ਼ਰ ਹੁੰਦਾ ਹੈ, ਸੋ ਉਹਦੇ 'ਚ ਸਾਡੇ ਟਰੱਕ, ਸਾਡਾ ਪ੍ਰੋਡਿਊਸ, ਸਾਡੀ ਕਣਕ ਪਾਕਿਸਤਾਨੀ ਪੰਜਾਬ ਤੱਕ ਦੇ ਲਈ ਤਾਂ ਸਾਨੂੰ ਜਾਂ ਪਾਕਿਸਤਾਨ ਤੱਕ ਜਾਣ ਲਈ ਤਾਂ ਸਾਨੂੰ ਸਮੁੰਦਰ ਦੀ ਲੋੜ ਨਹੀਂ ਹੈ, ਸਮੁੰਦਰ ਦੀ ਤਾਂ ਬਾਕੀ ਇੰਟਰਨੈਸ਼ਨਲ ਟ੍ਰੇਡ ਲਈ ਹੈ। ਸੋ ਅਸੀਂ ਜਿਹੜਾ ਇੱਕ ਉਸ ਕਿਸਮ ਦਾ ਰਿਸ਼ਤਾ ਚਾਹਾਂਗੇ ਕਿ ਜਿੱਥੇ ਪਾਕਿਸਤਾਨ ਦਾ ਪ੍ਰੋਡਿਊਸ, ਉਹਨਾਂ ਦੀਆਂ ਫੈਕਟਰੀਜ਼ ਦਾ ਸਟੱਫ ਸਾਡੇ ਮੁਲਕ 'ਚ ਵਿਕ ਸਕੇ, ਸਾਡਾ ਪ੍ਰੋਡਿਊਸ ਉੱਥੇ ਜਾ ਸਕੇ
ਔਰ ਜ਼ਾਹਰ ਹੈ ਕਿ ਲਾਹੌਰ ਔਰ ਅੰਮ੍ਰਿਤਸਰ ਇੱਕ ਟਵਿਨ ਸਿਟੀਜ਼ ਦੇ ਤੌਰ ਤੇ ਐਗਜ਼ਿਸਟ ਕੀਤੀਆਂ ਨੇ ਸਿੱਖ ਰਾਜ ਦੇ ਵੇਲੇ ਵੀ, ਔਰ ਲਾਹੌਰ ਪਾਕਿਸਤਾਨ ਦੀ ਸ਼ਾਹਰਾਗ ਹੈ। ਜੀ ਔਰ ਅਸੀਂ ਸਮਝਦੇ ਹਾਂ ਕਿ ਵੀ ਉਹਨਾਂ ਹਾਲਾਤਾਂ ਦੇ ਵਿੱਚ ਵੀ ਜਦੋਂ ਕਿ ਇਸ ਕਿਸਮ ਦਾ ਪਾਗਲਪਨ ਮੌਜੂਦ ਰਿਹਾ 47 ਦੇ ਦੌਰ ਦਾ, ਲਾਹੌਰੀ ਇੱਕ ਹਸਪਿਟੈਲਿਟੀ ਦੀ ਸਪਿਰਿਟ ਔਰ ਅੰਮ੍ਰਿਤਸਰੀ ਪਿਆਰ ਦੀ ਔਰ ਸੇਵਾ ਦੀ ਸਪਿਰਿਟ, ਇਹ ਦੋਨਾਂ 'ਚ ਹੀ ਜਦੋਂ ਅਸੀਂ ਟਵਿਨ ਕਹਿੰਦੇ ਹਾਂ, ਦੋਨੋਂ ਹੀ ਟਵਿਨ ਨੇ। ਔਰ ਕਰੈਕਟਰ ਵੀ ਜਦੋਂ ਮਾਝੇ ਦੀ ਗੱਲ ਕਰਦੇ ਹਾਂ, ਅੰਮ੍ਰਿਤਸਰ, ਗੁਰਦਾਸਪੁਰ, ਲਾਹੌਰ, ਇਹ ਸਾਰਾ ਉਹ ਸੈਂਟਰਲ ਪੰਜਾਬ ਹੀ ਹੈ ਜਿੱਥੇ ਇੱਕੋ ਜਿਹੀ ਬੋਲੀ, ਇੱਕੋ ਜਿਹਾ ਸੁਭਾਅ, ਇੱਕੋ ਜਿਹੇ ਲਤੀਫੇ, ਇੱਕੋ ਜਿਹਾ ਹਾਸਾ ਮਜ਼ਾਕ, ਇੱਕੋ ਜਿਹਾ ਸੇਵਾ ਸੰਭਾਲ। ਜੀ ਔਰ ਉਹਦੇ ਬਾਰੇ ਤਾਂ ਮੈਂ ਲਾਈਟਰ ਵੇਨ 'ਚ ਇੱਕ ਸਾਡੇ ਹਿਊਮਨ ਰਾਈਟਸ ਦੇ ਲੁਧਿਆਣੇ ਤੋਂ ਆਏ ਤੇ ਉਹ ਕਹਿਣ ਲੱਗੇ, ਉਦੋਂ ਅੰਮ੍ਰਿਤਸਰ ਜ਼ਿਲ੍ਹੇ 'ਚ ਜਾ ਕੇ ਆਏ ਸੀ, ਹਿਊਮਨ ਰਾਈਟਸ ਦੀ ਕਰਦੇ, ਕਹਿੰਦੇ ਇੱਕ ਬੜੀ ਖੂਬਸੂਰਤ ਗੱਲ ਹੈ ਮਾਝੇ ਦੀ। ਜੀ ਮੈਂ ਕਿਹਾ ਜੀ ਕੀ? ਕਹਿੰਦੇ ਜੀ ਜਿਹਨੂੰ ਸਵੇਰ ਨੂੰ ਵੱਢਣਾ ਹੁੰਦਾ ਹੈ, ਰਾਤ ਨੂੰ ਸੇਵਾ ਉਹਦੀ ਵੀ ਬੜੀ ਕਰਦੇ। ਸੋ ਇਹ ਜਿਹੜਾ ਬਣਿਆ ਹੋਇਆ ਕਰੈਕਟਰ ਹੈ। ਔਰ ਉਹਦੇ ਬਾਰੇ ਇੱਕ ਲਾਈਟਰ ਵੇਨ 'ਚ ਵੀ ਆਇਆ ਕਿ ਬੜੇ ਕਵੀ ਇਕੱਠੇ ਹੋਏ, ਕੋਈ ਕਵੀ ਦਰਬਾਰ ਸੀ, ਉਰਦੂ ਦਾ ਮੁਸ਼ਾਇਰਾ ਸੀ ਤੇ ਸਾਰੇ ਇੰਟਰੋਡਿਊਸ ਕਰਵਾਉਣ ਲੱਗੇ। ਕਿਸੇ ਨੇ ਕਿਹਾ ਜੀ ਜਿਗਰ ਮੁਰਾਦਾਬਾਦੀ, ਇਹ ਹੁਣ ਤਖੱਲਸ ਹੁੰਦੇ ਨੇ ਉਹਨਾਂ ਦੇ। ਕਿਸੇ ਨੇ ਕਿਹਾ ਜੀ ਅਸ਼ਕ ਜਲੰਧਰੀ, ਅਸ਼ਕ ਅਥਰੂ ਨੂੰ ਕਹਿੰਦੇ ਨੇ। ਹਾਂਜੀ, ਕਿਸੇ ਨੇ ਕਿਹਾ ਕਿ ਦਿਲ ਲੁਧਿਆਣਵੀ, ਕਿਸੇ ਨੇ ਕਿਹਾ ਜੀ ਸਾਹਿਰ ਲੁਧਿਆਣਵੀ। ਹੁਣ ਇੱਕ ਲਾਹੌਰ ਦਾ ਵੀ ਸ਼ਾਇਰ ਗਿਆ ਸੀ, ਉਹਨੇ ਕਿਹਾ ਇਹ ਦਿਲ ਵੀ ਲੈ ਗਏ, ਜਿਗਰ ਵੀ ਲੈ ਗਏ, ਅੱਖ ਵੀ ਲੈ ਗਏ। ਹੁਣ ਉਹ ਆਪਣੀ ਇੰਟਰੋਡਕਸ਼ਨ ਕਰਵਾਉਣ ਲੱਗਾ ਔਰ ਕਹਿੰਦਾ ਗੁਰਦਾ ਲਾਹੌਰੀ। ਸੋ ਜਦੋਂ ਕਹਿੰਦੇ ਬੰਦੇ ਗੁਰਦੇ ਵਾਲੇ ਆ ਜੀ, ਦਿਲ ਗੁਰਦੇ ਵਾਲੇ ਨੇ। ਸੋ ਇਹ ਮਹਾਰਾਜ ਲਾਹੌਰ ਜਿਹੜਾ ਗੁਰਦਾ ਲਾਹੌਰੀ ਹੈ ਤੁਹਾਡੇ ਕੋਲ। ਅਸੀਂ ਤਾਂ ਇਧਰ ਸਾਡਾ ਅੰਮ੍ਰਿਤਸਰ ਹੈ, ਇਧਰ ਲਾਹੌਰ ਹੈ। ਅੰਮ੍ਰਿਤਸਰ ਤੇ ਲਾਹੌਰ ਭਰਾ ਨੇ। ਸੋ ਅਸੀਂ ਇਹਨਾਂ ਦਾ ਉਮਰ ਮਾਜ਼ਰਤ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਲਿਖਿਆ, ਔਰ ਆਸ ਕਰਦੇ ਹਾਂ ਉਹਨਾਂ ਦੀ ਪਹਿਲੀ ਈਮੇਲ ਹੈ, ਅੱਗੋਂ ਵੀ ਲਿਖਦੇ ਰਹਿਣ। ਗੁਰਦਾ ਲਾਹੌਰੀ ਯਾਦ ਰੱਖੋ। ਜੀ ਡਾਕਟਰ ਸਾਹਿਬ, ਇਸ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।